Today we are going to discuss some of the basic definitions. So let's start with the vector representation of a force. Force ਨੂੰ ਆਪਾਂ vector representation ਕਿਸ ਤਰ੍ਹਾਂ ਕਰਦੇ ਹਾਂ, ਇਹ ਤੁਸੀਂ ਸਾਰਾ ਕੁਝ ਫਿਜ਼ਿਕਸ ਦੇ ਵਿੱਚ ਪੜ੍ਹਿਆ ਹੋਇਆ ਆ, ਠੀਕ ਹੈ ਜੀ। ਸੋ ਇਹਦੇ ਵਿੱਚ ਆਪਾਂ ਲਾਸਟ ਟਾਈਮ ਜਿਹੜਾ ਟੌਪਿਕ ਕੀਤਾ ਸੀਗਾ ਤੁਸੀਂ ਦੇਖਿਆ ਸੀਗਾ, ਉਹਦੇ ਵਿੱਚ ਕਿ ਆਪਾਂ ਕਰੈਕਟਰਿਸਟਿਕਸ ਆਫ ਫੋਰਸ ਬਾਰੇ ਗੱਲ ਕੀਤੀ ਸੀਗੀ, ਠੀਕ ਹੈ ਜੀ। ਸੋ ਕਿਹੜੇ ਕਿਹੜੇ ਉਹਦੇ ਵਿੱਚ ਐਲੀਮੈਂਟ ਹੁੰਦੇ ਆ, ਇੱਕ ਮੈਗਨੀਟਿਊਡ ਲੈਂਦੇ ਆ, ਇੱਕ ਲਾਈਨ ਆਫ ਐਕਸ਼ਨ ਲੈਂਦੇ ਆ, ਥਰਡ ਸੀਗਾ ਸਾਡਾ ਐਰੋ, ਅਤੇ ਕਿਸ ਡਾਇਰੈਕਸ਼ਨ ਵਿੱਚ ਫੋਰਸ ਲੱਗ ਰਹੀ ਆ। ਸੋ ਵੈਕਟਰ ਰਿਪਰੈਜ਼ੈਂਟੇਸ਼ਨ ਕੀ ਹੈਗਾ ਆ, ਕੋਈ ਵੀ ਮੇਰੇ ਕੋਲ ਸਿਸਟਮ ਆ, ਠੀਕ ਆ ਜੀ, ਜਿਹਦੇ ਵਿੱਚ ਫੋਰਸਿਸ ਲੱਗ ਰਹੀਆਂ ਆ, ਅਤੇ ਉਸ ਫੋਰਸਿਸ ਕਰਕੇ ਉਸ ਸਿਸਟਮ ਦੇ ਵਿੱਚ ਅਲੱਗ ਅਲੱਗ ਐਲੀਮੈਂਟਸ ਹੋਣਗੇ। ਉਸ ਸਿਸਟਮ ਦੇ ਵਿੱਚ ਕੰਬੀਨੇਸ਼ਨ ਆਫ ਐਲੀਮੈਂਟਸ ਹੁੰਦੇ, ਪਾਰਟਸ ਹੁੰਦੇ, ਕੰਪੋਨੈਂਟਸ ਹੁੰਦੇ, ਉਹਨਾਂ 'ਤੇ ਵੀ ਫੋਰਸ ਲੱਗੇਗੀ, ਜਿਨ੍ਹਾਂ ਦੇ ਵਿੱਚ ਫੋਰਸ ਕੀ ਆ ਟਰਾਂਸਮਿਟ ਹੋਊਗੀ। ਅਤੇ ਕਿਹੜੀ ਕਿਹੜੀ ਫੋਰਸ ਉਹਦੇ ਵਿੱਚ ਲੱਗੂਗੀ ਪੂਰੇ ਸਿਸਟਮ ਦੇ ਵਿੱਚ, ਠੀਕ ਆ ਜੀ। ਪਹਿਲਾਂ ਉਹਨੂੰ ਆਪਾਂ ਉਹਦਾ ਸਪੇਸ ਡਾਇਗਰਾਮ ਬਣਾਵਾਂਗੇ। ਆਫਟਰ ਦੈਟ ਉਸ ਤੋਂ ਬਾਅਦ ਆਪਾਂ ਉਹਨੂੰ ਕਨਵਰਟ ਕਰਾਂਗੇ ਵੈਕਟਰ ਡਾਇਗਰਾਮ ਦੇ ਵਿੱਚ, ਠੀਕ ਹੈ। ਵੈਕਟਰ ਰਿਪਰੈਜ਼ੈਂਟੇਸ਼ਨ ਤੁਹਾਨੂੰ ਪਤਾ ਹੀ ਆ ਕਿਸ ਤਰ੍ਹਾਂ ਕਰਦੇ। ਲਾਈਨ ਆਫ ਐਕਸ਼ਨ ਲੈ ਲਿਆ, ਜਿਸ ਤਰ੍ਹਾਂ ਆਹ ਵਾਲਾ ਆਪਾਂ ਉੱਪਰ ਐਗਜ਼ਾਮਪਲ ਦਿਖਾਈ ਹੋਈ ਆ, ਲਾਈਨ ਆਫ ਐਕਸ਼ਨ ਲੈ ਲਿਆ, ਠੀਕ ਹੈ। ਡਾਇਰੈਕਸ਼ਨ ਲੈ ਲਈ, ਕਿਸ ਡਾਇਰੈਕਸ਼ਨ ਵੱਲ ਫੋਰਸ ਲੱਗ ਰਹੀ ਆ। ਇੱਥੇ ਅਮਾਊਂਟ ਵੀ ਲਿਖੀ ਹੋਊਗੀ, ਕਿੰਨੀ ਹੋਊਗੀ 20 50 ਨਿਊਟਨ, ਠੀਕ ਹੈ ਜੀ। 20 ਨਿਊਟਨ ਇਹ ਉਹਦੀ ਅਮਾਊਂਟ ਹੋਊਗੀ। ਸੋ ਇਸ ਤਰੀਕੇ ਨਾਲ ਆਪਾਂ ਵੈਕਟਰਲੀ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ, ਠੀਕ ਆ। ਕੋਈ ਵੀ ਸਿਸਟਮ ਦੇ ਵਿੱਚ ਆਪਾਂ ਫੋਰਸ ਨੂੰ ਡਿਫਾਈਨ ਕਰ ਸਕਦੇ ਹਾਂ, ਠੀਕ ਆ। ਸੋ ਇਹਦੇ ਵਿੱਚ ਫੋਰਸ 2 ਵੀ ਆ, ਇਹਦੇ ਵਿੱਚ ਆਰ ਕੀ ਆ, ਫੋਰਸ 1 ਫੋਰਸ 2 ਦਾ ਕੀ ਆ ਰਿਜ਼ਲਟੈਂਟ ਆ, ਠੀਕ ਆ। ਸੋ ਇਹ ਸਿੰਪਲ ਆਪਾਂ ਇੱਕ ਫਿਗਰ ਲਈ ਆ, ਜਿਹਦੇ ਵਿੱਚ ਥਰੂ ਆਪਾਂ ਵੈਕਟਰ ਰਿਪਰੈਜ਼ੈਂਟੇਸ਼ਨ ਦੱਸ ਰਹੇ ਹਾਂ ਕਿਸ ਤਰ੍ਹਾਂ ਕਰ ਸਕਦੇ ਹਾਂ। ਸੋ ਜੇ ਮੇਰੇ ਕੋਲ ਕੋਈ ਸਿਸਟਮ ਆ, ਸਿਸਟਮ ਨੂੰ ਮੈਂ ਵੈਕਟਰ ਰਿਪਰੈਜ਼ੈਂਟੇਸ਼ਨ ਕਰਨਾ ਚਾਹੁੰਦਾ। ਹੁਣ ਇਹਦੇ ਵਿੱਚ ਕੀ ਆ, ਇੱਕ ਮੇਰੇ ਕੋਲ ਲਿੰਕ ਆ, ਠੀਕ ਆ। ਲਿੰਕ ਕਿਹੜਾ ਆ, ਏ ਅਤੇ ਬੀ, ਠੀਕ ਆ। ਅਤੇ ਦੂਜਾ ਲਿੰਕ ਕਿਹੜਾ ਏ ਅਤੇ ਸੀ। ਆਹ ਵਾਲਾ ਕੀ ਹੈ, ਇਹ ਵਾਲ ਆ, ਆਹ ਕੀ ਹੈ ਵਾਲ ਆ। ਵਾਲ ਦੇ ਵਿੱਚ ਇਹ ਦੋਨੋਂ ਚੀਜ਼ਾਂ ਕੀ ਆਪਾਂ ਫਿਕਸ ਕੀਤੀਆਂ ਹੋਈਆਂ। ਮੈਂ ਕੀ ਕੀਤਾ, ਏ ਸੀ ਦੇ ਐਂਡ ਵਿੱਚ ਇੱਕ ਵੇਟ ਹੈਂਗ ਕਰ ਦਿੱਤਾ। ਵੀ ਹੈਂਗ ਦਾ ਵੇਟ ਐਟ ਦਾ ਐਂਡ ਆਫ ਦਾ ਏ ਸੀ ਲੀਵਰ। ਸੋ what will be the effect on the AC wall and AB, ਕੀ ਇਫੈਕਟ ਹੋਊਗਾ। ਹੁਣ ਸਾਰਾ ਜਿੰਨਾ ਵੀ ਫੋਰਸ ਦਾ ਰਿਐਕਸ਼ਨ ਆ ਉਹ ਕਿੱਥੇ ਆਊਗਾ, ਵਾਲ ਦੇ ਉੱਪਰ ਆਊਗਾ, ਠੀਕ ਆ ਜੀ। ਸੋ ਰਿਐਕਸ਼ਨ ਨੂੰ ਮੈਂ ਹੁਣ ਨੈਕਸਟ ਕੀ ਕਰ ਰਿਹਾ ਆ, ਇਹ ਨੈਕਸਟ ਬਣਾ ਰਿਹਾ ਮੈਂ ਸਪੇਸ ਡਾਇਗਰਾਮ। ਸਪੇਸ ਡਾਇਗਰਾਮ ਦੇ ਵਿੱਚ ਕੀ ਆ, ਹੁਣ ਆਰ ਕੀ ਦੱਸ ਰਿਹਾ ਆ, ਆਰ ਦੱਸ ਰਿਹਾ ਕਿ ਰਿਐਕਸ਼ਨ ਕੀ ਹੋਇਆ, ਵੇਟ ਪਾਉਣ ਨਾਲ ਕੀ ਹੋਇਆ, ਜੋ ਰਿਐਕਸ਼ਨ ਹੋਇਆ, ਠੀਕ ਆ ਜੀ, ਉਹ ਵਾਲ ਦੇ ਉੱਪਰ ਹੋਇਆ। ਕਿਉਂਕਿ ਫੋਰਸ ਆ, ਜਦੋਂ ਫੋਰਸ ਲੱਗੂਗੀ ਉਹਦੇ ਅਗੇਂਸਟ ਉਹਦਾ ਰਿਐਕਸ਼ਨ ਵੀ ਲੱਗੂਗਾ, ਠੀਕ ਆ। ਸੋ ਰਿਐਕਸ਼ਨ ਕਿੱਥੇ ਹੋ ਰਿਹਾ, ਵਾਲ ਦੇ ਉੱਪਰ ਹੋ ਰਿਹਾ ਹੈ। ਹੁਣ ਨਾਲ ਦੀ ਨਾਲ ਸਪੇਸ ਡਾਇਗਰਾਮ 'ਚ ਇਹ ਵੀ ਕਹਿ ਰਿਹਾ ਹੈ ਕਿ ਏ ਅਤੇ ਬੀ, ਏ ਬੀ ਐਲੀਮੈਂਟ ਦੇ ਵਿੱਚ ਵੀ ਕੁਛ ਇਫੈਕਟ ਹੋਊਗਾ। ਜੋ ਥੋੜ੍ਹਾ ਇਮੈਜੀਨੇਸ਼ਨ ਕਰੋ ਇਸ ਚੀਜ਼ ਨੂੰ, ਏ ਬੀ ਜਿਹੜੀ ਐਲੀਮੈਂਟ ਆ ਉਹਦੇ ਵਿੱਚ ਕੀ ਇਫੈਕਟ ਹੋਊਗਾ, ਉਹਦੇ ਵਿੱਚ ਵੀ ਟੈਨਸ਼ਨ ਲੱਗੂਗੀ। ਡਬਲਿਊ ਵੇਟ ਦੇ ਕਰਕੇ ਏ ਬੀ ਐਲੀਮੈਂਟ ਦੇ ਵਿੱਚ ਵੀ ਟੈਨਸ਼ਨ ਲੱਗੂਗੀ ਨਾ, ਉਹਦੇ ਵਿੱਚ ਵੀ ਫੋਰਸ ਟਰਾਂਸਮਿਟ ਹੋਊਗੀ, ਠੀਕ ਆ। ਸੋ ਉਹਦੇ ਵਿੱਚ ਜਿਹੜੀ ਟੈਨਸ਼ਨ ਲੱਗੂਗੀ ਉਹਨੂੰ ਮੈਂ ਲਿਖਿਆ ਕੈਪੀਟਲ ਟੀ ਦੇ ਨਾਲ, ਠੀਕ ਆ, ਅਲੋਂਗ ਦਾ ਏ ਬੀ। ਸੋ ਜਿਸ ਤਰ੍ਹਾਂ ਅਲੋਂਗ ਏ ਬੀ ਆ, ਠੀਕ ਆ ਜੀ, ਏ ਬੀ ਕਿਸ ਡਾਇਰੈਕਸ਼ਨ ਵੱਲ ਆ, ਉੱਦਾਂ ਹੀ ਆਪਾਂ ਉਸੇ ਡਾਇਰੈਕਸ਼ਨ ਵਿੱਚ ਟੈਨਸ਼ਨ, ਉਸੇ ਐਂਗਲ ਦੇ ਉੱਤੇ ਟੈਨਸ਼ਨ ਡਰਾ ਕਰ ਲੈਣੀ ਆ। ਜਿਸ ਡਾਇਰੈਕਸ਼ਨ ਵਿੱਚ ਡਬਲਿਊ ਆ, ਉਸੇ ਡਾਇਰੈਕਸ਼ਨ ਵਿੱਚ ਆਪਾਂ ਡਬਲਿਊ, ਠੀਕ ਆ ਜੀ, ਲਿਖ ਲੈਣਾ ਆ। ਅਤੇ ਜਿਸ ਡਾਇਰੈਕਸ਼ਨ ਵਿੱਚ ਰਿਐਕਸ਼ਨ ਲੱਗ ਰਹੀ ਹੈ, ਰਿਐਕਸ਼ਨ ਕੀ ਆ, ਹੁਣ ਫੋਰਸ ਨੀਚੇ ਲੱਗ ਰਹੀ ਹੈ, ਰਿਐਕਸ਼ਨ ਕਿੱਥੇ ਲੱਗੂਗੀ, ਰਿਐਕਸ਼ਨ ਆਪੋਜ਼ਿਟ ਡਾਇਰੈਕਸ਼ਨ 'ਚ ਲੱਗੂਗੀ। ਸੋ ਆਪੋਜ਼ਿਟ ਡਾਇਰੈਕਸ਼ਨ, ਕਿਉਂਕਿ ਸਿਸਟਮ ਨੂੰ ਬੈਲੈਂਸ ਕਰਦੀ ਹੈ ਨਾ, ਰਿਐਕਸ਼ਨ ਕੀ ਕਰਦਾ ਹੈ, ਸਿਸਟਮ ਨੂੰ ਬੈਲੈਂਸ ਕਰਦਾ ਹੈ, ਠੀਕ ਆ। ਸੋ ਜਿਸ ਤਰ੍ਹਾਂ ਮੇਰੇ ਕੋਲ ਇੱਕ ਬੀਮ ਆ, ਬੀਮ ਦੇ ਉੱਪਰ ਮੈਂ ਕੀ ਇੱਕ ਫੋਰਸ ਲਗਾਈ ਆ। ਹੁਣ ਇਹਦਾ ਜਿਹੜਾ ਰਿਐਕਸ਼ਨ ਆ ਕਿੱਧਰ ਨੂੰ ਜਾਊਗਾ, ਉਹਦਾ ਰਿਐਕਸ਼ਨ ਇਹਦੇ ਐਂਡ ਜੋ ਸਪੋਰਟਸ ਹੋਣਗੀਆਂ ਉਹਦੇ ਉੱਪਰ ਜਾਏਗਾ, ਠੀਕ ਆ ਜੀ। ਹੁਣ ਰਿਐਕਸ਼ਨ ਕਿੱਦਾਂ ਲੱਗੂਗਾ, ਰਿਐਕਸ਼ਨ ਆਪੋਜ਼ਿਟ ਸਾਈਡ 'ਤੇ ਲੱਗੂਗਾ। ਫੋਰਸ ਉੱਪਰੋਂ ਨੀਚੇ ਲੱਗੇਗੀ, ਅਤੇ ਰਿਐਕਸ਼ਨ ਕਿੱਦਾਂ ਲੱਗੂਗਾ, ਆਪੋਜ਼ਿਟ ਸਾਈਡ 'ਤੇ ਲੱਗੂਗਾ। ਇਸੇ ਤਰੀਕੇ ਦੇ ਨਾਲ ਲੋਡ ਕੀ ਹੈ, ਇੱਥੇ ਡਬਲਿਊ ਨੀਚੇ ਲੱਗ ਰਿਹਾ ਹੈ, ਅਤੇ ਰਿਐਕਸ਼ਨ ਕਿੱਦਾਂ ਲੱਗ ਰਹੀ ਹੈ, ਆਪੋਜ਼ਿਟ ਸਾਈਡ 'ਤੇ ਲੱਗ ਰਹੀ ਹੈ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਆਪਾਂ ਸਪੇਸ ਡਾਇਗਰਾਮ ਬਣਾ ਲਿਆ। ਜੋ ਸਪੇਸ ਡਾਇਗਰਾਮ ਬਣਾਇਆ ਉੱਥੋਂ ਕਨਵਰਟ ਕਰਨਾ ਆਪਾਂ ਵੈਕਟਰ ਡਾਇਗਰਾਮ ਦੇ ਵਿੱਚ। ਵੈਕਟਰ ਡਾਇਗਰਾਮ ਕਿੱਦਾਂ ਬਣਾਵਾਂਗੇ, ਠੀਕ ਹੈ ਜੀ, ਸਿੰਪਲ ਜਿੱਦਾਂ ਨੂੰ ਵੀ ਡਾਇਰੈਕਸ਼ਨ 'ਤੇ ਫੋਰਸਿਸ ਲੱਗ ਰਹੀਆਂ ਉੱਦਾਂ ਹੀ ਆਪਾਂ ਲੈ ਲੈਣੀਆਂ। ਡਬਲਿਊ ਨੀਚੇ ਨੂੰ ਲੱਗ ਰਹੀ ਆ, ਸੋ ਡਬਲਿਊ ਦੀ ਆਪਾਂ ਲੈਂਥ ਲੈ ਲਈ ਨੀਚੇ ਨੂੰ,
ਐਰੋ ਦੇਖੋ W ਦਾ ਨੀਚੇ ਆ ਗਿਆ, R ਉੱਪਰ ਨੂੰ ਲੱਗ ਰਿਹਾ ਹੈ, ਜਿਸ ਡਾਇਰੈਕਸ਼ਨ ਵਿੱਚ ਲੱਗ ਰਹੀ ਉਸੇ ਡਾਇਰੈਕਸ਼ਨ 'ਚ ਲੈ ਕੇ ਜਾਣਾ, R ਉੱਪਰ ਲੈ ਗਏ, ਠੀਕ ਹੈ ਜੀ। ਜਿਸ ਡਾਇਰੈਕਸ਼ਨ 'ਚ T ਜਾ ਰਿਹਾ ਉਸੇ ਡਾਇਰੈਕਸ਼ਨ 'ਚ T ਲੈ ਗਏ। ਸੋ ਤਿੰਨਾਂ ਨੂੰ ਕੰਬਾਈਨ ਕਰ ਦਿੱਤਾ, ਠੀਕ ਆ। ਇਹਦਾ ਮੈਗਨੀਟਿਊਡ ਜਿੰਨਾ ਹੋਊਗਾ ਉਸ ਦੇ ਅਕੋਰਡਿੰਗ ਆਪਾਂ ਸਕੇਲ ਸਿਲੈਕਟ ਕਰਾਂਗੇ, ਠੀਕ ਆ, ਅਤੇ ਵੈਕਟਰ ਡਾਇਗਰਾਮ ਨੂੰ ਇੱਦਾਂ ਡਰਾ ਕਰਦੇ ਹਾਂ ਆਪਾਂ, ਠੀਕ ਆ। ਸੋ ਇਹ ਵੈਕਟਰ ਰਿਪਰੈਜ਼ੈਂਟੇਸ਼ਨ ਆ, ਕੋਈ ਵੀ ਸਿਸਟਮ ਆ ਉਹਨੂੰ ਕਿੱਦਾਂ ਵੈਕਟਰ ਰਿਪਰੈਜ਼ੈਂਟ ਕੀਤਾ ਜਾ ਸਕਦਾ ਹੈ ਉਹਦੇ ਬਾਰੇ ਦੱਸਿਆ ਗਿਆ। ਸੋ ਸਿੰਪਲੀ ਕੀ ਆ, ਆਪਾਂ ਲਾਈਨ ਆਫ ਐਕਸ਼ਨ, ਐਰੋ ਜੋ ਆਪਾਂ ਪਿਛਲੀ ਵਾਰ ਪੜ੍ਹਿਆ ਸੀਗਾ, ਮੈਗਨੀਟਿਊਡ, ਲਾਈਨ ਆਫ ਐਕਸ਼ਨ, ਠੀਕ ਆ, ਨੇਚਰ ਆਫ ਫੋਰਸ, ਇਹ ਤਿੰਨੋਂ ਚੀਜ਼ਾਂ ਹੀ ਸਿਸਟਮ ਨੂੰ ਡਿਫਾਈਨ ਕਰਦੀਆਂ ਹੈ, ਠੀਕ ਆ। ਸੋ ਨੈਕਸਟ ਇਜ਼ ਬੋਜ਼ ਰਿਪਰੈਜ਼ੈਂਟੇਸ਼ਨ। ਬੋਜ਼ ਰਿਪਰੈਜ਼ੈਂਟੇਸ਼ਨ ਵੈਕਟਰ ਰਿਪਰੈਜ਼ੈਂਟੇਸ਼ਨ ਥੋੜ੍ਹੀ ਜਿਹੀ ਅਲੱਗ ਆ, ਠੀਕ ਆ ਜੀ। ਇਹਦੇ ਵਿੱਚ ਉਹੀ ਲਾਈਨ ਆਫ ਐਕਸ਼ਨ ਆ, ਐਰੋ ਵੀ ਉਹੀ ਆ, ਬਟ ਇਹਦੇ ਵਿੱਚ ਜਿਹੜੇ ਮੈਗਨੀਟਿਊਡ ਆ, ਮੈਗਨੀਟਿਊਡ ਦੀ ਜਗ੍ਹਾ ਆਪਾਂ ਕੀ ਲਿਖਦੇ ਆ, ਬਸ ਜਿਹੜੇ ਜਿਸ ਪਾਰਟ ਦੇ ਵਿੱਚ, ਜਿਸ ਐਲੀਮੈਂਟ ਦੇ ਵਿੱਚ ਫੋਰਸ ਲੱਗਦੀ ਹੈ, ਬਸ ਉਸ ਐਲੀਮੈਂਟ ਦਾ ਨਾਮ ਲਿਖਦੇ ਆ। ਜਿੱਦਾਂ ਹੁਣ ਉੱਥੇ ਪਿੱਛੇ ਆਪਾਂ ਗੱਲ ਕੀਤੀ ਸੀ A C ਦੇ ਵਿੱਚ ਲੱਗਦੀ ਪਈ ਆ, A B ਦੇ ਵਿੱਚ ਲੱਗਦੀ ਪਈ ਆ, ਠੀਕ ਆ ਜੀ। ਸੋ ਬਸ ਐਲੀਮੈਂਟ ਦਾ ਨਾਮ ਲਿਖ ਦੇਣਾ A B, ਠੀਕ ਆ। ਐਲੀਮੈਂਟ ਦਾ ਨਾਮ ਲਿਖ ਦੇਣਾ A C D A B, ਠੀਕ ਹੈ ਜੀ, E F, ਇਹ ਕੀ ਹੈ, ਐਲੀਮੈਂਟ ਦਾ ਨਾਮ ਲਿਖ ਦਿੱਤਾ। ਬਸ ਆਪਾਂ ਫੋਰਸ ਜਿਹੜੀ ਆ ਉਸ ਜੋ ਸਾਡਾ ਗਿਵਨ ਹੁੰਦਾ ਆ ਡਾਟਾ, ਉਹਦੇ ਵਿੱਚ ਹੀ ਫੋਰਸ ਡਿਫਾਈਨ ਹੁੰਦੀ ਆ। ਬਸ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਰਿਪਰੈਜ਼ੈਂਟ ਕਰਦੇ, ਇਹਦੇ ਵਿੱਚ ਕੋਈ ਮੈਗਨੀਟਿਊਡ ਨਹੀਂ ਲਿਖਦੇ ਆਪਾਂ। ਬਸ ਇਹ ਵੈਕਟਰ ਰਿਪਰੈਜ਼ੈਂਟੇਸ਼ਨ ਤੋਂ ਥੋੜ੍ਹੀ ਜਿਹੀ ਅਲੱਗ ਆ ਬੋਜ਼ ਰਿਪਰੈਜ਼ੈਂਟੇਸ਼ਨ, ਠੀਕ ਆ। ਬਾਕੀ ਤੁਹਾਨੂੰ ਮੈਂ ਪਿਛਲੀ ਜਦੋਂ ਸਟਾਰਟ ਕੀਤਾ ਸੀ ਟੋਪਿਕ ਉਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀ ਲਾਈਨ ਆਫ ਐਕਸ਼ਨ ਆ, ਮਤਲਬ ਲੈਂਥ ਆ ਲਾਈਨ ਦਾ। ਹੁਣ ਲਾਈਨ ਦੇਖੋ ਇੱਥੇ ਛੋਟੀ ਆ, ਇਹ ਤੋਂ ਉਸ ਤੋਂ ਵੱਡੀ ਆ, ਸਭ ਤੋਂ ਵੱਡੀ ਆ। ਇਹਦਾ ਮਤਲਬ ਕੀ ਆ, ਇਹ ਹੋਊਗੀ ਤੁਹਾਡੀ 25 ਨਿਊਟਨ, ਆ ਹੋਊਗੀ ਤੁਹਾਡੀ 30 ਨਿਊਟਨ, ਆ ਹੋਊਗੀ ਤੁਹਾਡੀ 50 ਨਿਊਟਨ, ਠੀਕ ਆ। ਸੋ ਸਕੇਲ ਉਸ ਮੁਤਾਬਿਕ ਹੀ ਲੈਣਾ ਹੈ, ਲਾਈਨ ਆਫ ਐਕਸ਼ਨ ਉਸ ਮੁਤਾਬਿਕ ਹੀ ਲੈਣਾ ਆ। ਜੇ ਛੋਟੀ ਲਾਈਨ ਲੈਂਦੇ ਪਏ ਆ ਤਾਂ ਇਟ ਮੀਨਸ ਕਿ ਉਹਦਾ ਸਕੇਲ ਵੀ ਸਾਡਾ ਉਸ ਮੁਤਾਬਿਕ ਹੋਊਗਾ। ਜੇ ਮੈਂ 5 ਨਿਊਟਨ ਨੂੰ ਜੋ ਮੈਂ 10 ਨਿਊਟਨ ਨੂੰ 1 ਸੈਂਟੀਮੀਟਰ ਲਿਖਦਾ ਤਾਂ ਇਹ ਕੀ ਬਣ ਗਈ, ਇਹ 2.5 ਸੈਂਟੀਮੀਟਰ ਬਣ ਗਈ। ਆਹ ਕਿੰਨੀ ਬਣ ਗਈ, ਇਹ 3 ਸੈਂਟੀਮੀਟਰ ਬਣ ਗਈ, ਇਹ 5 ਸੈਂਟੀਮੀਟਰ ਬਣ ਗਈ, ਠੀਕ ਆ। ਸੋ ਸਕੇਲ ਉਸ ਮੁਤਾਬਿਕ ਹੀ ਲੈਣਾ ਹੈ ਅਤੇ ਉਸ ਮੁਤਾਬਿਕ ਹੀ ਆਪਾਂ ਇਹਨੂੰ ਰਿਪਰੈਜ਼ੈਂਟ ਕਰਨਾ ਹੈ। ਨੈਕਸਟ ਆ ਗਿਆ, ਨੈਕਸਟ ਇਜ਼ ਟਾਈਪਸ ਆਫ ਫੋਰਸ। ਫੋਰਸ ਕਿਹੜੀਆਂ ਮੇਰੇ ਕੋਲ ਹੈਗੀਆਂ, ਇੱਕ ਵੈਸੇ ਤਾਂ ਟਾਈਪਸ ਆਫ ਫੋਰਸ ਬਹੁਤ ਜ਼ਿਆਦਾ ਨੇ, ਠੀਕ ਆ। ਬਟ ਜੋ ਮੇਨ ਤੁਹਾਨੂੰ ਸਮਝਣ ਵਾਲੀ ਆ ਇਸ ਦੇ ਵਿੱਚ ਉਹ ਹੈਗੀ ਆ ਪੁਆਇੰਟ ਫੋਰਸ ਅਤੇ ਡਿਸਟਰੀਬਿਊਟਡ ਫੋਰਸ। ਹੁਣ ਪੁਆਇੰਟ ਫੋਰਸ ਕਿਹੜੀ ਹੁੰਦੀ ਹੈ, ਡਿਸਟਰੀਬਿਊਟਡ ਫੋਰਸ ਹੁਣ ਮੇਰੇ ਕੋਲ ਇੱਕ ਬੀਮ ਆ, ਠੀਕ ਆ। ਬੀਮ ਦੇ ਉੱਤੇ ਜੇ ਮੈਂ ਇਸ ਤਰ੍ਹਾਂ ਰਿਪਰੈਜ਼ੈਂਟ ਕਰਦਾ ਹਾਂ, ਠੀਕ ਆ, ਕੋਈ ਫੋਰਸ ਲੱਗ ਰਹੀ ਹੈ ਉੱਪਰੋਂ ਨੀਚੇ ਇਸ ਤਰੀਕੇ ਦੇ ਨਾਲ, ਇਟ ਮੀਨਸ ਸਾਰੀ ਦੀ ਸਾਰੀ ਜੋ ਫੋਰਸ ਆ ਉਹ ਕੰਸਨਟਰੇਟ ਕਰਦੀ ਪਈ ਇੱਕ ਸਿੰਗਲ ਪੁਆਇੰਟ 'ਤੇ। ਜੇ ਮੈਂ ਐਰੋ ਦੀ ਗੱਲ ਕਰਾਂ, ਐਰੋ ਕੀ ਇੱਕ ਸਿੰਗਲ ਪੁਆਇੰਟ ਆ, ਸਿੰਗਲ ਪੁਆਇੰਟ ਦੇ ਉੱਤੇ ਕੰਸਨਟਰੇਟ ਕਰਦੀ ਪਈ ਆ, ਠੀਕ ਆ ਜੀ। ਉਸ ਫੋਰਸ ਨੂੰ ਆਪਾਂ ਕੀ ਕਹਿੰਦੇ ਆ, ਪੁਆਇੰਟ ਫੋਰਸ, ਜਿਹੜੀ ਕਿ ਇੱਕ ਸਿੰਗਲ ਪੁਆਇੰਟ ਦੇ ਉੱਤੇ ਕੰਸਨਟਰੇਟ ਕਰਦੀ ਹੋਵੇ, ਠੀਕ ਆ ਜੀ, ਉਹਨੂੰ ਕਹਿੰਦੇ ਪੁਆਇੰਟ ਫੋਰਸ। ਅਤੇ ਡਿਸਟਰੀਬਿਊਟਡ ਫੋਰਸ ਜਿਹੜੀ ਆ ਉਹ ਕੁਛ ਏਰੀਏ ਦੇ ਵਿੱਚ ਕਰਦੀ ਹੈ। ਜਿੱਦਾਂ ਮੈਂ ਹੁਣ ਇੱਥੇ ਡਿਫਾਈਨ ਕਰਦਾ ਕਿ ਇੱਦਾਂ ਇੱਥੇ ਫੋਰਸ ਲੱਗਦੀ ਪਈ ਹੈ 20 ਕਿਲੋ ਨਿਊਟਨ ਪਰ ਮੀਟਰ, ਠੀਕ ਹੈ ਜੀ, 20 ਕਿਲੋ ਨਿਊਟਨ ਪਰ ਮੀਟਰ ਫੋਰਸ ਲੱਗਦੀ ਪਈ ਆ। ਹੁਣ ਆਹ ਕੀ ਬਣ ਗਿਆ, ਉੱਥੇ ਤਾਂ ਸਿੰਗਲ ਪੁਆਇੰਟ ਸੀਗਾ, ਇੱਥੇ ਕੀ ਆ, ਕੁਛ ਲੈਂਥ ਆ ਗਈ ਮੇਰੇ ਕੋਲ, ਕੁਛ ਏਰੀਆ ਆ ਗਿਆ ਮੇਰੇ ਕੋਲ, ਠੀਕ ਆ ਜੀ। ਸੋ ਇਹ ਵੀ ਫੋਰਸ ਨੂੰ ਡਿਫਾਈਨ ਕਰਦਾ ਆ, ਪਰ ਇਸ ਫੋਰਸ ਦਾ ਨਾਮ ਕੀ ਆ, ਡਿਸਟਰੀਬਿਊਟਡ ਫੋਰਸ, ਠੀਕ ਆ ਜੀ। ਅਤੇ ਜ਼ਿਆਦਾਤਰ ਬੀਮਸ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਹਾਂ ਯੂਨੀਫਾਰਮਲੀ ਡਿਸਟਰੀਬਿਊਟਡ ਲੈਂਥ ਔਰ ਯੂਨੀਫਾਰਮਲੀ ਡਿਸਟਰੀਬਿਊਟਡ ਲੋਡ, ਠੀਕ ਆ ਜੀ। ਸੋ ਆਹ ਜਿਹੜੀਆਂ ਦੋ ਫੋਰਸਿਸ ਆ ਇਹ ਇੰਪੋਰਟੈਂਟ ਆ ਫॉर योर ਨਿਊਮੈਰੀਕਲ ਪੁਆਇੰਟ ਆਫ ਵਿਊ, ਠੀਕ ਆ। ਸੋ ਅੱਗੇ ਆਪਾਂ ਇਹਦੇ ਬਾਰੇ ਨਿਊਮੈਰੀਕਲ ਕਰਾਂਗੇ। ਨੈਕਸਟ ਇਜ਼ ਫੋਰਸ ਸਿਸਟਮ। ਫੋਰਸ ਸਿਸਟਮ ਦੋ ਤਰ੍ਹਾਂ ਦੇ ਆਪਾਂ ਫੋਰਸ ਸਿਸਟਮ ਪੜ੍ਹਨੇ ਆ ਇਹਦੇ ਵਿੱਚ, ਇੱਕ ਹੁੰਦੇ ਆ ਕੋਪਲੇਨਰ, ਇੱਕ ਹੁੰਦੇ ਨੋਨ ਕੋਪਲੇਨਰ, ਠੀਕ ਆ। ਹੁਣ ਜਿਹੜੇ ਤਾਂ ਕੋਪਲੇਨਰ ਆ ਉਹਦਾ ਕੀ ਮਤਲਬ ਆ, ਨੋਨ ਕੋਪਲੇਨਰ ਆ ਉਹਦਾ ਕੀ ਮਤਲਬ ਆ। ਪਹਿਲਾਂ ਤਾਂ ਦੇਖਦੇ ਫੋਰਸ ਸਿਸਟਮ ਹੈ ਕੀ ਆ, ਠੀਕ ਆ। ਅ ਸੈਟ ਆਫ ਫੋਰਸਿਸ ਐਕਟਿੰਗ simultaneously on a body in one or more planes is called force system, ਠੀਕ ਹੈ ਜੀ। ਕੋਈ ਸਿਸਟਮ ਆ ਮੇਰੇ ਕੋਲ, ਉਹਦੇ ਵਿੱਚ ਫੋਰਸ ਲੱਗ ਰਹੀਆਂ, ਜਿੱਦਾਂ ਮੈਂ ਇੱਥੇ ਕੀ ਹੈ, ਇੱਕ ਪੋਲ ਆ ਮੇਰੇ ਕੋਲ, ਇੱਕ ਪੋਲ ਆ ਪੋਲ ਆ ਸੈਂਟਰ ਦੇ ਵਿੱਚ, ਠੀਕ ਆ। ਪੋਲ ਦੇ ਆਲੇ ਦੁਆਲੇ ਕੀ ਹੈ, ਮੈਂ ਰੋਪ ਵਾਇਰਸ ਨੂੰ ਬੰਨਿਆ ਹੋਇਆ ਆ ਪੋਲ ਨੂੰ, ਠੀਕ ਆ ਜੀ, ਸਟੇਬਲ ਰੱਖਣ ਦੇ ਲਈ। ਅਤੇ ਉਹ ਜਿਹੜੀਆਂ ਵਾਇਰਸ ਆ ਉਹ ਕੀ ਪੈਦਾ ਕਰ ਰਹੀਆਂ, ਟੈਂਸ਼ਨ ਪੈਦਾ ਕਰ ਰਹੀਆਂ, ਫੋਰਸ ਪੈਦਾ ਕਰ ਰਹੀਆਂ, ਠੀਕ ਆ ਜੀ। ਸੋ ਪੋਲ ਦੇ ਉੱਤੇ ਫੋਰਸ ਲੱਗ ਰਹੀ ਆ, ਉਹ ਇੱਕ ਇਕੁਇਲਿਬਰੀਅਮ ਪੋਜੀਸ਼ਨ 'ਤੇ ਆ, ਰੈਸਟ ਪੋਜੀਸ਼ਨ ਦੇ ਉੱਤੇ ਆ, ਠੀਕ ਆ ਜੀ। ਉਹਦੇ ਉੱਤੇ ਇੱਕ ਫੋਰਸ ਇੱਦਾਂ ਦੀ ਵੀ ਲੱਗੂਗੀ ਜਿਹੜੀ ਉਹ ਕਿ ਉਹਨੂੰ ਰੈਸਟ ਪੋਜੀਸ਼ਨ 'ਤੇ ਲੈ ਕੇ ਆਊਗੀ। ਸੋ ਇਹ ਕਿ ਮਲਟੀਪਲ ਆਫ ਇੱਕ ਸਿਸਟਮ ਆ ਜਿਹਦੇ ਵਿੱਚ ਕੀ ਆ, ਮਲਟੀਪਲ ਆਫ ਫੋਰਸਿਸ ਲੱਗਦੀਆਂ ਪਈਆਂ ਆ, ਠੀਕ ਆ ਜੀ। ਸੋ ਇੱਦਾਂ ਦੇ ਸਿਸਟਮ ਨੂੰ ਆਪਾਂ ਕਹਿੰਦੇ ਹਾਂ ਫੋਰਸ ਸਿਸਟਮ, ਜਿਹਦੇ ਵਿੱਚ ਮਲਟੀਪਲ ਆਫ ਫੋਰਸਿਸ ਲੱਗਣ, ਰਾਈਟ।
सो नैक्सट आप देखना है कि टाइप्स किहड़े किहड़े है अपने को कोप्लेनर फोर्स सिस्टम तो नॉन कोप्लेनर फोर्स सिस्टम। सो पहला आ गया साडा कोप्लेनर। कोप्लेनर तो नाम तो क्लीयर आ, वो फोर्स सिस्टम इन विच फोर्सिस लाइज इन द सेम प्लेन। एक प्लेन दे विच ही जे सारियां फोर्सिस लगन, ठीक है जी, तो उन्होंने कोप्लेनर फोर्स सिस्टम कहते हैं। उन्होंने तुहानूं तो ये पता होना चाहिए प्लेन की हुंदा है, ठीक है। आप ड्राइंग दे विच पढ़िया है सारे ने प्लेन किद्दां दे प्लेन हुंदे आ, ठीक है। एक्स एक्सिस, वाई एक्सिस, जैड एक्सिस, ठीक है। सो आप जे आप प्लेन की गल करिए तो प्लेन 3 तरह के हुंदे आ, एक्स वाई मतलब एक्स तो वाई नूं मिला के जिहड़ा एक प्लेन बनता है, ठीक है। 2 एक्सिस नूं मिला के जिहड़ा प्लेन बनता है एक्स वाई प्लेन। एक हो गया वाई जैड प्लेन जिहड़ा वाई तो जैड नूं मिल के बनता है, ठीक है। एक हो गया जैड एक्स प्लेन। सो 2 एक्सिस नूं मिल के एक प्लेन बनता है, ठीक है जी। सो कोप्लेनर फोर्स सिस्टम की आ वो सिस्टम जिहदे विच कि इक्को प्लेन दे विच ही सारी फोर्सिस लगदियां होण। जिद्दां फॉर एग्जाम्पल आपां हुण अगे टाइप्स करदे हां कोप्लेनर दियां। फस्ट टाइप की कहंदी आ कोप्लेनर कॉनकरंट कोलीनियर फोर्स सिस्टम। ध्यान नाल समझना, कोप्लेनर कॉनकरंट कोलीनियर फोर्स सिस्टम। कोप्लेनर का मतलब की है इक्को प्लेन च लाई करदियां है। कॉनकरंट का मतलब की है इक्को पॉइंट तो ही निकलदियां पईयां है, इक्को पॉइंट तो ही निकलदियां पईयां है, ठीक है जी। कोलीनियर का मतलब की आ एक लाइन दे विच आ, ठीक है जी। कोलीनियर का मतलब की आ इक्को लाइन दे विच आ। सो इदां दा फोर्स सिस्टम किहड़ा आ, आ वाला, ठीक है। ध्यान नाल देखोगे इस दे विच इक्को पॉइंट आ पॉइंट आ सेंटर पॉइंट, इहदे विचों ही दोनों फोर्स निकलदियां पईयां है जिहड़ी ओपोजिट डायरेक्शन विच अप्लाई हो रही हैं, ठीक है जी। कॉनकरंट मतलब इक्को पॉइंट तो निकल रही हैं। कोलीनियर मतलब इक्को लाइन दे विच आ, कोलीनियर मतलब इक्को लाइन दे विच आ। कोप्लेनर मतलब इक्को प्लेन दे विच आ, एक प्लेन दे विच ही फोर्स लगदी पईयां। सो ठीक है जी, ये तुहाडी फस्ट टाइप आ कोप्लेनर फोर्स सिस्टम दी, कोप्लेनर कॉनकरंट कोलीनियर फोर्स सिस्टम। सो सैकेंड इज अगला देखते हैं कोप्लेनर कॉनकरंट नॉन पैरेलल फोर्स सिस्टम। 3 चीज़ां इहदे विच। कोप्लेनर मतलब इक्को प्लेन दे विच आ, सो प्लेन लै लिया आप एक्स वाई प्लेन ले लो, ठीक है जो उहदे विच लगदी पईयां फोर्सिस। कॉनकरंट का मतलब कि इक्को पॉइंट ते आ सेंटर पॉइंट आ, इहदे विचों ही सारियां फोर्सिस निकलदियां पईयां। नॉन पैरेलल का मतलब की आ कोई भी फोर्स एक दूजे दे की आ पैरेलल नहीं आ, कोई भी फोर्स एक दूजे दे की आ पैरेलल नहीं आ। सो सारी दी डायरेक्शन अलग अलग आ। पैरेलल का मतलब हुंदा जिद्दां ट्रेन की पटरी वो की आ पैरेलल आ, ठीक है। पैरेलल लग रही ना, कोई भी फोर्स पैरेलल नहीं है, सारी अपने एक किसी एंगल ते लगदी हैं, ठीक है जी। सो इस तरह के जो सिस्टम होगा, ठीक है जी, उन्होंने आप कहेंगे कोप्लेनर कॉनकरंट नॉन पैरेलल फोर्स सिस्टम, ठीक है जी। सो नेक्स्ट इज कोप्लेनर नॉन कॉनकरंट पैरेलल फोर्स सिस्टम, ठीक है जी। हुण इहदे विच की आ गया, पहला आ गया कॉनकरंट सीगा, हुण आ गया नॉन कॉनकरंट। कोप्लेनर प्लेन तो इक्को ही आ, इक्को प्लेन दे विच लग रही हैं, ठीक है। एक्स वाई आप लै लें, लेट्स एक्स वाई लै लिया आप, ठीक है जी। नॉन कॉनकरंट का मतलब कि इक्को पॉइंट तो नहीं निकलती। मैं देखो कोई भी फोर्स आ एक पॉइंट के उत्ते नहीं आ, इहदा पॉइंट अलग 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 आ। एक ही हो गया नॉन कॉनकरंट। पैरेलल फोर्स सिस्टम सारियां एक दूजे दे की आ पैरेलल आ, ठीक आ। भावें F2 आ वो F1 दे की आ पैरेलल आ, ठीक है जी। F2 F3 दे की आ पैरेलल आ, F3 F4 दे की आ पैरेलल आ। सो ये सारे की आ पैरेलल फोर्स सिस्टम, ठीक है जी। सो नैक्सट देखते हैं कोप्लेनर नॉन कॉनकरंट नॉन पैरेलल। हुण नॉन पैरेलल ऐड हो गया। नॉन पैरेलल की हुण देखो सब कुछ तो सेम आ, नॉन कॉनकरंट का तुहानूं पता लग गया है। नॉन पैरेलल का मतलब की आ हुण आ जिहड़ी F1 फोर्स आ F2 F7 फोर्स दे पैरेलल नहीं है। F2 फोर्स आ जिहड़ी वो F7 दे पैरेलल नहीं है। F3 फोर्स आ, ठीक है जी, वो F6 दे पैरेलल नहीं आ, ਜਾਂ F4 दे पैरेलल नहीं आ, ਜਾਂ हुण F5 आ वो F6 दे पैरेलल नहीं है, ਜਾਂ F4 दे पैरेलल नहीं है। सो इधर का जिहड़ा फोर्स सिस्टम आ जिहदे विच की आ फोर्सिस की आ नॉन पैरेलली डिस्ट्रीब्यूटेड आ, ठीक है जी। सो इधर दे सिस्टम नूं आपां की कहंदे आ कोप्लेनर नॉन कॉनकरंट, इक्को प्लेन च लग रहा है, ठीक है जी। नॉन कॉनकरंट नॉन पैरेलल फोर्स सिस्टम, ठीक है जी। सो नैक्सट फोर्स सिस्टम की है तुहाडा नॉन कोप्लेनर फोर्स सिस्टम, नॉन कोप्लेनर फोर्स सिस्टम।
ਸੋ ਇਹਦੇ ਵਿੱਚ ਕੀ ਆ, ਨੰਬਰ ਆਫ ਪਲੇਨਸ ਵੱਧ ਜਾਣੇ, ਕਿਉਂਕਿ ਨੋਨ ਕੋਪਲੇਨਰ ਦਾ ਇੱਕੋ ਪਲੇਨ ਦੇ ਵਿੱਚ ਨਹੀਂ ਆ, ਠੀਕ ਆ ਜੀ। ਇਟ ਮੀਨਸ ਕੀ ਆ, ਪਲੇਨ ਜ਼ਿਆਦਾ ਆ, 2 ਪਲੇਨ ਵੀ ਹੋ ਸਕਦੇ ਆ, 3 ਪਲੇਨ ਵੀ ਹੋ ਸਕਦੇ ਆ, ਠੀਕ ਆ। ਸੋ ਆਪਾਂ ਦੇਖਦੇ ਹਾਂ। ਫਸਟ ਕੀ ਹੈ ਤੁਹਾਡਾ, ਨੋਨ ਕੋਪਲੇਨਰ ਕੌਨਕਰੰਟ ਮਤਲਬ ਇੱਕੋ ਪੁਆਇੰਟ ਤੋਂ ਨਿਕਲਦੇ ਪਏ ਆ ਫੋਰਸ ਸਿਸਟਮ, ਠੀਕ ਆ ਜੀ। ਹੁਣ ਦੇਖੋ ਤੇ ਧਿਆਨ ਨਾਲ, ਆਹ ਸ਼ੋ ਕਰ ਰਿਹਾ ਐਕਸ ਦਾ ਮਤਲਬ ਕੀ ਹੈ, ਇੱਕ ਪਲੇਨ। ਆਹ ਸ਼ੋ ਕਰ ਰਿਹਾ ਵਾਈ, ਠੀਕ ਆ ਜੀ। ਆਹ ਸ਼ੋ ਕਰ ਰਿਹਾ ਜ਼ੈਡ ਮਤਲਬ ਕੀ ਆ, ਨੰਬਰ ਆਫ ਪਲੇਨਸ ਵੱਧ ਗਏ, ਠੀਕ ਆ ਜੀ। ਐਕਸ ਵੀ ਆ ਗਿਆ, ਵਾਈ ਵੀ ਆ ਗਿਆ ਤੇ ਜ਼ੈਡ ਵੀ ਆ ਗਿਆ, ਤਿੰਨੋਂ ਚੀਜ਼ਾਂ ਨੂੰ ਆਪਾਂ ਕਾਊਂਟ ਕਰਦੇ ਪਏ ਹਾਂ। ਮਤਲਬ ਆਪਾਂ ਫਰੰਟ ਤੋਂ ਵੀ ਦੇਖ ਰਹੇ ਹਾਂ, ਸਾਈਡ ਵਿਊ ਤੋਂ ਵੀ ਦੇਖ ਰਹੇ ਹਾਂ, ਫਰੰਟ ਤੋਂ ਵੀ ਦੇਖ ਰਹੇ ਹਾਂ। ਜ਼ੈਡ ਵਾਲੀ ਐਕਸਿਸ ਵਾਲਾ ਪਲੇਨ ਕਦੋਂ ਦਿਖੂਗਾ, ਜਦੋਂ ਮੈਂ ਉਹਦੇ ਸਾਹਮਣੇ ਖੜਾ ਹੋਊਂਗਾ, ਜਿੱਦਾਂ ਆਪਾਂ ਡਰਾਇੰਗ ਵਿੱਚ ਕਰਦੇ ਸੀਗੇ, ਜਦੋਂ ਇਹ ਸਾਹਮਣੇ ਖੜਾ ਹੋਊਂਗਾ ਤਾਂ ਫਿਰ ਤਾਂ ਹੀ ਮੈਨੂੰ ਦਿਖੂਗਾ ਨਾ ਜ਼ੈਡ ਐਕਸਿਸ ਵਾਲਾ ਪਲੇਨ। ਸੋ ਇਸ ਕਰਕੇ ਕੀ ਆ, ਇਹ 'ਚ ਨੰਬਰ ਆਫ ਪਲੇਨਸ ਕੀ ਆ, ਜ਼ਿਆਦਾ ਨੇ, ਠੀਕ ਆ। ਇੱਕੋ ਪਲੇਨ ਦੇ ਵਿੱਚ ਫੋਰਸਿਸ ਅਪਲਾਈ ਨਹੀਂ ਹੋ ਰਹੀਆਂ, ਨੰਬਰ ਆਫ ਪਲੇਨਸ ਜ਼ਿਆਦਾ ਨੇ, ਉਹਦੇ ਵਿੱਚ ਫੋਰਸਿਸ ਅਪਲਾਈ ਹੋ ਰਹੀਆਂ, ਠੀਕ ਆ। ਸੋ ਫੋਰਸਿਸ ਕੀ ਹੋ ਰਹੀਆਂ, ਜ਼ੈਡ ਦੇ ਵਿੱਚ F3 ਹੋ ਰਹੀ ਆ, ਐਕਸ ਦੇ ਵਿੱਚ F4 ਹੋ ਰਹੀ ਆ, F5 ਹੋ ਰਹੀ ਆ, ਵਾਈ ਦੇ ਵਿੱਚ F2, ਮਤਲਬ ਸਾਰਿਆਂ ਦੇ ਵਿੱਚ ਕੀ ਹੈ, ਫੋਰਸ ਲੱਗ ਰਹੀ ਆ, ਠੀਕ ਆ ਜੀ। ਅਤੇ ਕੋਈ ਵੀ ਸਾਰੀਆਂ ਫੋਰਸ ਜਿਹੜੀ ਆ ਉਹ ਸਿੰਗਲ ਪੁਆਇੰਟ ਤੋਂ ਨਿਕਲਦੀਆਂ ਪਈਆਂ, ਇਸ ਕਰਕੇ ਕੀ ਹੈ, ਕੌਨਕਰੰਟ ਆ। ਸਿੰਗਲ ਪੁਆਇੰਟ ਤੋਂ ਨਿਕਲਦੀ ਪਈਆਂ, ਸੈਂਟਰ ਦੇ ਪੁਆਇੰਟ ਤੋਂ ਨਿਕਲਦੀ ਪਈਆਂ, ਇਸ ਕਰਕੇ ਕੌਨਕਰੰਟ ਆ। ਨੋਨ ਕੋਪਲੇਨਰ ਮਤਲਬ ਕੋਈ ਵੀ ਪਲੇਨ ਕੀ ਹੈ, ਇੱਕ ਦੂਜੇ ਦੇ ਪੈਰਲਲ, ਮਤਲਬ ਇੱਕੋ ਪਲੇਨ ਦੇ ਵਿੱਚ ਲਾਈ ਨਹੀਂ ਕਰਦੀ ਪਈਆਂ, ਸਾਰੇ ਐਕਸ ਪਲੇਨ, ਵਾਈ ਪਲੇਨ ਅਤੇ ਜ਼ੈਡ ਪਲੇਨ ਸਾਰੇ ਕੀ ਆ, ਠੀਕ ਆ ਜੀ, ਮਿਊਚੁਅਲੀ ਪਰਪੈਂਡੀਕੂਲਰ ਆ ਇੱਕ ਦੂਜੇ ਦੇ, ਠੀਕ ਆ ਜੀ। ਹਰ ਇੱਕ ਪਲੇਨ ਦੇ ਵਿੱਚ ਫੋਰਸ ਲੱਗ ਰਹੀ ਆ, ਠੀਕ ਆ। ਨੈਕਸਟ ਆ ਗਿਆ ਨੋਨ ਕੌਨਕਰੰਟ ਪੈਰਲਲ ਫੋਰਸ ਸਿਸਟਮ। ਨੋਨ ਕੋਪਲੇਨਰ ਤਾਂ ਉੱਦਾਂ ਹੀ ਰਹਿਣਾ ਹੈ, ਐਕਸ ਐਕਸਿਸ, ਵਾਈ ਐਕਸਿਸ ਅਤੇ ਜ਼ੈਡ ਐਕਸਿਸ, ਇਹ ਉੱਦਾਂ ਹੀ ਰਹਿਣਾ ਹੈ, ਵਾਈ ਐਕਸਿਸ, ਐਕਸ ਐਕਸਿਸ ਅਤੇ ਜ਼ੈਡ ਐਕਸਿਸ, ਇਹ ਇੱਦਾਂ ਹੀ ਰਹਿਣੀ ਹੈ। ਹੁਣ ਇਹਦੇ ਵਿੱਚ ਕੀ ਆ, ਪੈਰਲਲ ਫੋਰਸਿਸ ਲੱਗਦੀਆਂ। ਪੈਰਲਲ ਫੋਰਸਿਸ ਕਿੱਦਾਂ ਲੱਗੂਗੀਆਂ, ਦੇਖੋ ਧਿਆਨ ਨਾਲ। ਪਹਿਲਾਂ ਕੀ ਸੀਗਾ, ਇੱਕ ਸਿੰਗਲ ਪੁਆਇੰਟ ਤੋਂ ਨਿਕਲਦੀ ਸੀ, ਸਾਰੀ ਦੀ ਡਾਇਰੈਕਸ਼ਨ ਕੀ ਆ, ਆਪੋਜ਼ਿਟ ਸੀਗੀਆਂ। ਹੁਣ ਇਹਦੇ ਵਿੱਚ ਦੇਖੋ, ਠੀਕ ਆ, F5 ਦੀ F4 ਦੇ ਨਾਲ, ਠੀਕ ਆ ਜੀ, ਪੈਰਲਲ ਹੈ ਇੱਕ ਦੂਜੇ ਦੇ। F3 F4 ਦੇ ਪੈਰਲਲ ਆ, F2 F1 ਦੇ ਪੈਰਲਲ ਆ, F7 F1 2 ਦੇ ਪੈਰਲਲ ਆ। ਸੋ ਸਾਰੇ ਕੀ ਆ, ਇੱਕ ਦੂਜੇ ਦੇ ਕੀ ਆ, ਪੈਰਲਲ ਆ। ਸੋ ਨੈਕਸਟ ਇਜ਼ ਨੋਨ ਕੋਪਲੇਨਰ ਨੋਨ ਕੌਨਕਰੰਟ ਨੋਨ ਪੈਰਲਲ ਫੋਰਸ ਸਿਸਟਮ, ਮਤਲਬ ਸਭ ਕੁਝ ਨੋਨ ਹੋ ਗਿਆ, ਠੀਕ ਹੈ ਜੀ। ਸੋ ਪਹਿਲਾਂ ਤਾਂ ਆਪਾਂ ਦੇਖਣਾ ਨੋਨ ਕੋਪਲੇਨਰ, ਸਾਰਿਆਂ ਦੇ ਪਲੇਨ ਅਲੱਗ-ਅਲੱਗ ਆ, ਐਕਸ, ਵਾਈ ਅਤੇ ਜ਼ੈਡ, ਠੀਕ ਹੈ ਜੀ। ਨੋਨ ਕੋਪਲੇਨਰ ਹੋ ਗਿਆ। ਨੋਨ ਕੌਨਕਰੰਟ ਹੋ ਗਿਆ। ਨੋਨ ਕੌਨਕਰੰਟ ਕੀ ਹੈ, ਇਹਦੇ ਵਿੱਚ ਮਤਲਬ ਕੀ ਆ, ਕੋਈ ਵੀ ਜਿਹੜੀ ਫੋਰਸ ਆ ਉਹ ਸਿੰਗਲ ਪੁਆਇੰਟ ਤੋਂ ਨਹੀਂ ਨਿਕਲਦੀ ਪਈ, ਠੀਕ ਆ ਜੀ। ਦੇਖ ਲਓ, ਕੋਈ ਵੀ ਫੋਰਸ ਕੀ ਆ, ਸਿੰਗਲ ਪੁਆਇੰਟ ਤੋਂ ਨਹੀਂ ਨਿਕਲ ਰਹੀ, ਸਾਰਿਆਂ ਦੇ ਪੁਆਇੰਟ ਕੀ ਆ, ਅਲੱਗ-ਅਲੱਗ ਆ। ਅਤੇ ਨੋਨ ਪੈਰਲਲ ਮਤਲਬ ਕੀ ਆ, ਕਿ ਉਹ ਪਹਿਲਾਂ ਕੀ ਸੀਗੀ, ਪੈਰਲਲ ਸੀਗੀ, ਹੁਣ ਨੋਨ ਪੈਰਲਲ ਹੋ ਗਈ, ਮਤਲਬ ਉਹਦੀ ਡਾਇਰੈਕਸ਼ਨ ਜਿਹੜੀ ਆ ਫੋਰਸ ਦੀ, ਉਹ ਕੀ ਆ, ਠੀਕ ਹੈ ਜੀ, ਚੇਂਜ ਹੋ ਗਈ ਹੈ, ਕਿਸੇ ਐਂਗਲ ਦੇ ਉੱਤੇ ਲੱਗ ਰਹੀ ਹੈ। ਸੋ ਇਹ ਸੀਗੇ ਤੁਹਾਡੇ ਫੋਰਸ ਸਿਸਟਮ, ਕੋਪਲੇਨਰ ਅਤੇ ਨੋਨ ਕੋਪਲੇਨਰ ਦੇ ਅੱਗੇ ਉਹਦੀਆਂ ਟਾਈਪਸ, ਠੀਕ ਹੈ ਜੀ। ਸੋ ਪੇਪਰ ਦੇ ਵਿੱਚ ਇਹ 10 ਮਾਰਕਸ ਦੇ ਵਿੱਚ ਪੁੱਛਿਆ ਜਾਂਦਾ ਹੈ। ਸੋ ਲਾਸਟ ਲਈ ਜੋ ਪ੍ਰੀਵੀਅਸ ਪੇਪਰ ਉਹ ਤੁਸੀਂ ਚੈੱਕ ਕਰੋਗੇ, ਉਹਦੇ ਵਿੱਚ ਦੇਖੋਗੇ ਅਤੇ ਐਕਸਪਲੇਨ ਡਿਫਰੈਂਟ ਫੋਰਸ ਸਿਸਟਮ ਕਰਕੇ ਕੁਐਸਚਨ ਤੁਹਾਨੂੰ 10 ਮਾਰਕਸ ਦਾ ਪੇਪਰ ਦੇ ਵਿੱਚ ਆਉਂਦਾ ਹੈ, ਠੀਕ ਹੈ ਜੀ। ਸੋ ਜੇ ਕੋਈ ਵੀ ਪ੍ਰੋਬਲਮ ਹੈਗੀ ਆ ਅਤੇ ਆਪਾਂ ਉਹ ਨੈਕਸਟ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਬਾਕੀ ਤੁਸੀਂ ਕਮੈਂਟ ਦੇ ਵਿੱਚ ਵੀ ਤੁਸੀਂ ਕੁਛ ਜੇ ਪੁੱਛਣਾ ਚਾਹੁੰਦੇ ਪੁੱਛ ਸਕਦੇ ਹੋ, ਠੀਕ ਹੈ ਜੀ। ਥੈਂਕ ਯੂ ਜੀ।